ਅੱਜ ਦਾ ਵਿਚਾਰ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਬਲਬੀਰ ਜੰਡੂ ਤੇ ਇਸ ਪ੍ਰੋਗਰਾਮ 'ਚ ਅੱਜ ਅਸੀਂ ਵਿਚਾਰ ਕਰਾਂਗੇ, ਚਰਚਾ ਕਰਾਂਗੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੇ ਬਾਰੇ 'ਚ, ਜਿਸ ਦੇ ਲਈ 3 ਨਵੰਬਰ ਨੂੰ ਵੋਟਾਂ ਪੈ ਰਹੀਆਂ ਔਰ 24 ਕਰੋੜ ਅਮਰੀਕਨ ਜਿਹੜੇ ਵੋਟਰ ਹੈ ਉਹ ਇਹ ਫੈਸਲਾ ਕਰਨਗੇ ਕਿ ਅਗਲੇ 4 ਸਾਲ ਜਿਹੜਾ ਹੈ ਅਮਰੀਕਾ ਦੀ ਅਗਵਾਈ ਕਿਹਨੇ ਕਰਨੀ ਹੈ ਤੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਮੁਲਕ ਦਾ ਰਾਸ਼ਟਰਪਤੀ ਕਿਸ ਨੇ ਹੋਣਾ ਹੈ। ਤੇ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਮੌਜੂਦਾ ਰਾਸ਼ਟਰਪਤੀ ਦਾ ਜਿਹੜਾ ਵਿਵਹਾਰ ਹੈ ਉਹ ਪਿਛਲੇ ਸਾਰੇ ਹੀ ਰਾਸ਼ਟਰਪਤੀਆਂ ਤੋਂ ਬਿਲਕੁਲ ਵੱਖਰਾ ਰਿਹਾ ਔਰ ਅਮਰੀਕਨ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਤਰ੍ਹਾਂ ਦੀ ਚੋਣ ਪਹਿਲਾਂ ਕਦੇ ਨਹੀਂ ਹੋਈ ਜਿਸ ਤਰ੍ਹਾਂ ਦੀ ਇਸ ਵਾਰ ਹੋ ਰਹੀ ਹੈ। ਔਰ ਮੌਜੂਦਾ ਰਾਸ਼ਟਰਪਤੀ ਵੱਲੋਂ ਜਿਸ ਤਰ੍ਹਾਂ ਗੈਰ ਜ਼ਿੰਮੇਵਾਰੀ ਵਾਲੇ ਢੰਗ ਦੇ ਨਾਲ ਜੋ ਕੁਛ ਕਿਹਾ ਜਾ ਰਿਹਾ ਹੈ, ਜਿਸ ਤਰ੍ਹਾਂ ਮੁਹਿੰਮ ਚਲਾਈ ਜਾ ਰਹੀ ਹੈ, ਖਾਸ ਕਰਕੇ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਕੇ ਜਿਹੜੀਆਂ ਕਿ ਮੈਡੀਕਲ ਸਲਾਹ ਸੀਗੀ ਉਹਨਾਂ ਦੀ ਵੀ ਉਹਨਾਂ ਨੇ ਪਰਵਾਹ ਨਹੀਂ ਕੀਤੀ, ਨਾ ਅਮਰੀਕਾ ਲਈ ਪਰਵਾਹ ਕੀਤੀ, ਨਾ ਆਪਣੇ ਲਈ ਪਰਵਾਹ ਕੀਤੀ। ਤਾਂ ਦੂਸਰੇ ਪਾਸੇ ਡੈਮੋਕ੍ਰੈਟਿਕ ਪਾਰਟੀ ਦੇ ਜੋ ਬਾਈਡਨ ਨੇ ਜਿਹੜੇ ਕਿ ਬੜੇ ਜ਼ਿੰਮੇਵਾਰੀ ਵਾਲੇ ਢੰਗ ਦੇ ਨਾਲ ਸਾਰੀ ਮੁਹਿੰਮ ਦੇ ਵਿੱਚ ਵਿਚਰੇ ਹੈ ਔਰ ਉਹਨਾਂ ਦੀ ਲਗਾਤਾਰ ਇਹ ਕੋਸ਼ਿਸ਼ ਰਹੀ ਹੈ ਕਿ ਜਿਸ ਤਰ੍ਹਾਂ ਦੀ ਮੈਡੀਕਲ ਸਲਾਹ ਹੈਗੀ ਹੈ ਉਹਦੇ ਮੁਤਾਬਕ ਹੀ ਮੁਹਿੰਮ ਚਲਾਈ ਜਾਵੇ, ਉਹਦੇ ਮੁਤਾਬਕ ਹੀ ਲੋਕਾਂ ਨੂੰ ਇਕੱਠਾ ਕੀਤਾ ਜਾਵੇ। ਸੋ ਇਹ ਸਾਰੀ ਸਥਿਤੀ ਦੇ ਵਿੱਚ 9 ਕਰੋੜ ਜਿਹੜੇ ਅਮਰੀਕੀ ਵੋਟਰ ਹੈ ਉਹਨਾਂ ਨੇ ਡਾਕ ਰਾਹੀਂ ਆਪਣੇ ਵੋਟ ਪਾ ਦਿੱਤੇ ਹੈ। ਤੇ ਉਹ ਜਿਹੜੇ 9 ਕਰੋੜ ਵੋਟਰ ਹੈ ਇਹ ਜਿਹੜੇ ਪਿਛਲੀ ਵਾਰ 2016 'ਚ ਡਾਕ ਰਾਹੀਂ ਵੋਟਾਂ ਪਈਆਂ ਸੀ ਉਹਦੇ ਤੋਂ 65% ਵੱਧ ਵੋਟਾਂ। ਤੇ ਇਸ ਕਰਕੇ ਉੱਥੇ ਜਿਹੜੇ ਦੋਨੋਂ ਉਮੀਦਵਾਰ ਹੈ ਚਾਹੇ ਉਹ ਰਾਸ਼ਟਰਪਤੀ ਦੇ ਚਾਹੇ ਉਪ ਰਾਸ਼ਟਰਪਤੀ ਦੇ ਤੇ ਉਹਨਾਂ ਦੇ ਜਿਹੜੇ ਸਮਰਥਕ ਹੈ ਉਹਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋਈਆਂ ਕਿ ਇਹ ਜਿਹੜਾ 9 ਕਰੋੜ ਵੋਟਰ ਭੁਗਤ ਚੁੱਕਾ ਹੈ ਇਹ ਕਿਸ ਪਾਸੇ ਭੁਗਤਿਆ ਤੇ ਇਸ ਦੇ ਕੀ ਨਤੀਜੇ ਆ ਸਕਦੇ ਆ। ਇਸੇ ਕਰਕੇ ਹੀ ਡੋਨਾਲਡ ਟਰੰਪ ਵੀ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਇਹ ਜਿਹੜੀਆਂ ਵੋਟਾਂ ਇਹਨਾਂ ਦੀ ਸੁਪਰੀਮ ਕੋਰਟ ਦੇ ਨਿਗਰਾਨੀ ਹੇਠ ਜਿਹੜੀ ਇੱਕ ਗਿਣਤੀ ਹੋਣੀ ਚਾਹੀਦੀ ਹੈ। ਬੇਸ਼ੱਕ ਉਹ ਟਾਈਮ ਲੱਗਣ ਦੀ ਗੱਲ ਵੀ ਇਹਦੇ 'ਚ ਆ ਰਹੀ ਹੈ ਕਿ ਨਤੀਜੇ ਫੌਰੀ ਨਹੀਂ ਆ ਸਕਣਗੇ। ਇਹ ਸਾਰੀ ਜਿਹੜੀ ਸਥਿਤੀ ਹੈਗੀ ਹੈ ਵੋਟਾਂ ਪੈਣੀਆਂ ਔਰ ਉਸ ਤੋਂ ਬਾਅਦ ਨਤੀਜਿਆਂ ਦਾ ਐਲਾਨ ਹੈ ਤੇ ਉਹ ਐਲਾਨ ਤੋਂ ਬਾਅਦ ਕਿਸ ਨੇ ਅਮਰੀਕਾ ਦੀ ਵਾਗਡੋਰ ਸੰਭਾਲਣੀ ਹੈ ਉਸ ਦੇ ਬਾਰੇ 'ਚ ਆਉਣ ਵਾਲੇ ਸਮੇਂ 'ਚ ਉਸ ਦੇ ਕਿਸ ਤਰ੍ਹਾਂ ਦੇ ਅਸਰ ਪੈਣੇ ਆ ਅਮਰੀਕਾ ਦੇ ਅੰਦਰ, ਦੁਨੀਆ ਦੇ ਉੱਤੇ, ਇਸ ਦੇ ਉੱਤੇ ਅਸੀਂ ਅੱਜ ਵਿਚਾਰ ਕਰਾਂਗੇ। ਔਰ ਮੇਰੇ ਨਾਲ ਇਸ ਵਿਚਾਰ ਵਿੱਚ ਸ਼ਾਮਲ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਮਿਸਟਰ ਹਰਚੰਦ ਸਿੰਘ ਬਾਠ। ਉਹਨਾਂ ਦਾ ਬੜਾ ਲੰਬਾ ਤਜਰਬਾ ਹੈ ਔਰ ਉਹਨਾਂ ਨੇ ਵਰਲਡ ਡੈਮੋਕ੍ਰੈਟਿਕ ਆਫ ਜਿਹੜਾ ਯੂਥ ਹੈ ਉਸ ਦੀ ਬਕਾਇਦਾ ਅਗਵਾਈ ਕੀਤੀ ਹੈ ਇੱਕ ਲੰਬਾ ਸਮਾਂ। ਔਰ ਉਸ ਸਮੇਂ ਦੌਰਾਨ ਉਹਨਾਂ ਨੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਇਸ ਨੌਜਵਾਨ ਜਥੇਬੰਦੀ ਦੇ ਲਈ ਕੰਮ ਵੀ ਕੀਤਾ, ਸਰਗਰਮੀਆਂ ਵੀ ਕੀਤੀਆਂ ਤੇ ਬਾਹਰਲੇ ਦੇਸ਼ਾਂ ਦੇ ਅੰਦਰ ਕਿਸ ਤਰ੍ਹਾਂ ਦੀ ਜਿਹੜੀ ਰਾਜਸੀ ਸਥਿਤੀ ਹੈ ਉਹਦਾ ਉਹਨਾਂ ਨੇ ਬੜਾ ਨੇੜਿਓਂ ਅਧਿਐਨ ਕੀਤਾ ਔਰ ਉਹਦੇ 'ਤੇ ਉਹ ਬੜੀ ਨੇੜਿਓਂ ਹੁਣ ਵੀ ਨਜ਼ਰ ਰੱਖਦੇ ਆ। ਤੇ ਅਸੀਂ ਉਹਨਾਂ ਨਾਲ ਇਹ ਸਾਰੀ ਗੱਲ ਸਾਂਝੀ ਕਰਾਂਗੇ ਤੇ ਉਹਨਾਂ ਦੇ ਵਿਚਾਰ ਜਾਣਾਂਗੇ ਕਿ ਇਹ ਸਾਰੀ ਸਥਿਤੀ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ, ਉਹਨਾਂ ਦੀ ਕੀ ਰਾਏ ਹੈ। ਬਾਠ ਜੀ, ਕੀ ਤੁਸੀਂ ਦੇਖਦੇ ਹੋ ਸਾਰੀ ਜਿਹੜੀ ਸਥਿਤੀ ਬਣੀ? ਜੱਲੂ ਸਾਹਿਬ, ਇਹ ਬਹੁਤ ਹੀ ਜਿਹੜਾ ਅੱਜ ਦਾ ਚਰਚਿਤ ਵਿਸ਼ਾ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਾਰੀ ਦੁਨੀਆ ਦੀ, ਸਿਰਫ ਅਮਰੀਕਨ ਲੋਕਾਂ ਦੇ ਨਹੀਂ, ਸਾਰੀ ਦੁਨੀਆ ਦੀਆਂ ਨਿਗਾਹਾਂ ਇਹ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਉੱਤੇ ਲੱਗੀ ਹੋਈ ਹੈ। ਜੇ ਅਸੀਂ ਇਹ ਚੋਣ ਦਾ ਬੈਕਗਰਾਊਂਡ ਜਾਣਨਾ ਹੈ ਤੇ ਇਹ ਬਿਲਕੁਲ ਹੀ ਇੱਕ ਅਲੱਗ ਹਾਲਾਤਾਂ ਦੇ ਵਿੱਚ ਚੋਣ ਹੋ ਰਹੀ ਹੈ। ਜਦੋਂ ਤੋਂ ਰਾਸ਼ਟਰਪਤੀ ਉੱਥੇ ਚੋਣ ਹੋਣ ਲੱਗੀ, ਚੁਣਿਆ ਜਾਣ ਲੱਗਾ ਹੈ, ਸ਼ਾਇਦ ਇਹ ਅੱਜ ਦਾ ਜਿਹੜਾ ਦੌਰ ਹੈ ਇੱਕ ਨਿਵੇਕਲਾ ਦੌਰ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਹਾਲਤਾਂ ਦੇ ਵਿੱਚ ਉੱਥੇ ਚੋਣਾਂ ਹੋ ਰਹੀਆਂ। ਨੰਬਰ 1 ਕਿ ਪਿਛਲੇ ਕਈ ਮਹੀਨਿਆਂ ਤੋਂ ਜੋ ਨਸਲਵਾਦ ਦਾ ਮੁੱਦਾ ਉੱਤੇ ਉੱਠਿਆ ਹੈ ਪੂਰੇ ਅਮਰੀਕਾ ਦੇ ਵਿੱਚ ਔਰ ਜਿਹਦੇ ਵਿੱਚ ਜਿਹੜੇ ਆ ਲੱਖਾਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲਗਭਗ ਸਾਰੇ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋਏ ਕਿ ਇੰਨਾ ਜਿਹੜਾ ਦੁਨੀਆ ਦੀ ਆਪਣੇ ਆਪ ਨੂੰ ਜਿਹੜਾ ਹੈ ਸਭ ਤੋਂ ਵੱਡੀ ਜਮਹੂਰੀਅਤ ਕਹਿਣ ਵਾਲਾ ਦੇਸ਼, ਉੱਥੇ ਜਿਹੜੇ ਆ ਕਾਲੇ ਲੋਕਾਂ ਦੇ ਨਾਲ ਜਾਂ ਜਿਹੜਾ ਨਸਲਵਾਦ ਦਾ ਜਿਹੜਾ ਇਸ਼ੂ ਹੈ ਉਹ ਕਿਸ ਤਰੀਕੇ ਨਾਲ ਅਜੇ ਵੀ ਕਿੰਨੀ ਜਿਹੜੀ ਡਿਸਕ੍ਰਿਮੀਨੇਸ਼ਨ ਉਹਨਾਂ ਲੋਕਾਂ ਦੇ ਨਾਲ ਹੋ ਰਹੀ ਹੈ, ਇਹ ਇਸ਼ੂ ਪੂਰੀ ਹਿਸਟਰੀ ਦੇ ਵਿੱਚ ਕਦੇ ਵੀ ਨਹੀਂ ਸੀ ਉੱਭਰਿਆ ਜਿੰਨਾ ਇਹ ਪਿਛਲੇ ਦੌਰ ਦੇ ਵਿੱਚ ਉੱਭਰਿਆ। ਔਰ ਇਹਦੇ ਵਿੱਚ ਇਹ ਨਹੀਂ ਕਿ ਵਿਰੋਧ ਇਕੱਲਾ ਸਿਰਫ ਜਿਹੜਾ ਵਾ ਉਹ ਕਿ ਕਾਲੇ ਲੋਕਾਂ ਵੱਲੋਂ ਕੀਤਾ ਗਿਆ, ਇਸ ਵਿਰੋਧ ਦੇ ਵਿੱਚ
ਵੱਡੀ ਗਿਣਤੀ ਦੇ ਵਿੱਚ ਉਹ ਸਾਰੇ ਡੈਮੋਕ੍ਰੈਟਿਕ ਸੋਚ ਵਾਲੇ, ਸਾਰੇ ਜਿਹੜੇ ਬਰਾਬਰਤਾ ਦਾ ਜਿਹੜਾ ਹੈ ਉਹ ਵਿਚਾਰ ਰੱਖਣ ਵਾਲੇ ਲੋਕ ਹੈ, ਚਾਹੇ ਉਹ ਗੋਰੇ ਹੋਣ, ਕਾਲੇ ਹੋਣ, ਇੰਡੀਅਨ ਹੋਣ ਜਾਂ ਚਾਈਨੀਜ਼ ਓਰੀਜਨ ਦੇ ਹੋਣ, ਉਹਨਾਂ ਸਭ ਤਬਕਿਆਂ ਨੇ ਇਹਦੇ ਵਿੱਚ ਆਪਣਾ ਹਿੱਸਾ ਪਾਇਆ ਕਿ ਅਮਰੀਕਾ ਦਾ ਜਿਹੜਾ ਸੰਵਿਧਾਨ ਹੈ ਉਹ ਨਸਲ ਦੇ ਨਾਂ ਦੇ ਉੱਤੇ, ਜੈਂਡਰ ਦੇ ਨਾਂ ਦੇ ਉੱਤੇ, ਦੇਸ਼ ਦੀ ਬੈਕਗਰਾਉਂਡ ਦੇ ਨਾਂ ਦੇ ਉੱਤੇ, ਧਰਮ ਦੇ ਨਾਂ ਦੇ ਉੱਤੇ ਕਿਸੇ ਤਰੀਕੇ ਨਾਲ ਜਿਹੜਾ ਹੈ ਉਹ ਭੇਦਭਾਵ ਨਹੀਂ ਕਰਦਾ। ਤੇ ਫਿਰ ਪ੍ਰੈਕਟਿਸ ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਬਿਲਕੁਲ ਠੀਕ ਹੈ, ਸਾਰੇ ਰਾਈਟ ਜਿਹੜੇ ਆ ਉਹ ਬਰਾਬਰ ਦੇ ਦਿੱਤੇ ਹੋਏ ਨੇ, ਪਰ ਇਨ ਪ੍ਰੈਕਟਿਸ ਕੀ ਹੈ ਉਹ ਪਿਛਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਬਿਲਕੁਲ ਨੰਗਾ ਹੋਇਆ, ਜਿਹਦੇ ਖਿਲਾਫ ਐਡਾ ਵੱਡਾ ਵਿਰੋਧ ਹੋਇਆ। ਔਰ ਉਸ ਵਿਰੋਧ ਦੇ ਵਿੱਚ ਉਹ ਸਾਰੇ ਵੱਡੇ ਵੱਡੇ ਜਿਹੜੇ ਪੁਰਾਣੇ ਮਰ ਚੁੱਕੇ ਜਿਹੜੇ ਲੋਕ ਹੈ, ਜਿਹੜੇ ਸਿੰਬਲ ਸੀ ਇੱਕ ਗੁਲਾਮਦਾਰੀ ਯੁੱਗ ਦੇ ਔਰ ਨਸਲਵਾਦ ਦੇ, ਉਹਨਾਂ ਦੇ ਬੁੱਤ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਹੀ ਨਹੀਂ ਬਲਕਿ ਯੂਰਪ ਦੇ ਵਿੱਚ ਤੇ ਹੋਰ ਜਗ੍ਹਾ ਦੇ ਵਿੱਚ ਵੀ ਉਖੇੜੇ ਗਏ। ਇਸ ਅਟੈਕ ਜਿਹੜਾ ਨਸਲਵਾਦ ਦੀਆਂ ਨੀਤੀਆਂ ਦੇ ਉੱਤੇ ਅਟੈਕ ਜਿਹੜਾ ਵਾ ਉਹ ਕੀਤਾ ਗਿਆ ਔਰ ਇਸ ਗੱਲ ਦੇ ਲਈ ਜਿਹੜਾ ਜ਼ੋਰ ਪਾਇਆ ਗਿਆ ਕਿ ਨਹੀਂ, ਅਸੀਂ ਸਾਰੇ ਜਿਹੜੇ ਲੋਕ ਆ ਅਮਰੀਕਨ ਹੈ ਔਰ ਸਾਡੇ ਬਰਾਬਰ ਦੇ ਰਾਈਟ ਉਹਦੇ ਵਿੱਚ ਬਾੜ ਜੀ ਉੱਥੇ ਨੌਜਵਾਨਾਂ ਨੇ ਵੀ ਬੜੀ ਵੱਡੀ ਗਿਣਤੀ ਬਿਲਕੁਲ ਸਾਰੇ ਤਬਕਿਆਂ ਨੇ, ਮੈਂ ਕਹਿ ਰਿਹਾ ਨੌਜਵਾਨ ਵੀ ਮੂਹਰੇ ਹੋ ਕੇ ਲੜੇ ਆ ਔਰ ਔਰਤਾਂ ਵੀ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੱਸਾ ਪਾਇਆ। ਇਹ ਇੱਕ ਨਿਵੇਕਲੀ ਹਾਲਤ ਹੈ। ਦੂਸਰੀ ਹਾਲਤ ਹੈ ਇਹ ਕਰੋਨਾ ਦੀ। ਪੂਰੀ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਤੇਜ਼ੀ ਨਾਲ ਜੇ ਕਰੋਨਾ ਵਾਇਰਸ ਕਿਤੇ ਫੈਲ ਰਿਹਾ ਹੈ ਤਾਂ ਉਹ ਅਮਰੀਕਾ ਦੇ ਵਿੱਚ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸੈਕੰਡ ਜਿਹੜੀ ਵੇਵ ਹੈ ਉਹਦੇ ਵਿੱਚ ਵੀ ਲਗਾਤਾਰ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੇਸ ਆ ਰਹੇ। ਉਹ ਪਿੱਛੇ ਕੱਲ ਜਾਂ ਪਰਸੋਂ ਸੀ ਕਿ 1 ਲੱਖ ਦੇ ਕਰੀਬ ਜਿਹੜਾ ਕੇਸ ਹੈ ਉਹ ਫਿਰ ਅਮਰੀਕਾ ਦੇ ਵਿੱਚ ਹੋਇਆ। ਔਰ ਤੀਸਰੀ ਗੱਲ ਹੈ ਕਿ ਇਹਨਾਂ ਗੱਲਾਂ ਦਾ ਕਰਕੇ, ਟਰੰਪ ਦੀ ਪਾਲਿਸੀ ਦਾ ਕਰਕੇ ਜਿਹੜਾ ਨਸਲਵਾਦ ਹੈ ਉਹਦਾ ਜਿਹੜੀ ਮੂਵਮੈਂਟ ਚੱਲੀ ਔਰ ਇਹ ਕਰੋਨਾ ਦਾ ਜਿਹੜਾ ਹੋਇਆ ਉਹਦੇ ਦੌਰਾਨ ਜਿਹੜੀ ਬਹੁਤ ਵੱਡੀ ਇੱਕ ਬੇਰੁਜ਼ਗਾਰਾਂ ਦੀ ਜਿਹੜੀ ਫੌਜ ਹੈ ਉਹ ਮਤਲਬ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੈ। ਔਰ ਅਨਇੰਪਲੋਇਮੈਂਟ, ਇਕਨੋਮੀ ਦਾ ਜਿਹੜਾ ਵਾ ਉਹ ਬੁਰੀ ਹਾਲਤ ਉੱਥੇ ਜਿਹੜੀ ਹੈ ਹੋ ਰਹੀ ਹੈ ਔਰ ਜਿਹੜੇ ਬਾਹਰਲੇ ਲੋਕ ਸੀ ਜਿਹੜੇ ਆ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਸੀ ਉਹ ਬਾਹਰ ਜਾ ਰਹੇ ਆ। ਇਹ ਜਿਹੜੇ ਮੇਨ ਇਸ਼ੂ ਆ, ਬਾਕੀ ਵੀ ਛੋਟੇ ਮੋਟੇ ਇਸ਼ੂ ਕਿ ਪੂਰੀ ਟਰੰਪ ਦੀ ਫੰਕਸ਼ਨਿੰਗ ਜਿਹੜੀ ਆ ਉਹ ਕਿਸ ਤਰੀਕੇ ਨਾਲ ਰਹੀ, ਪੂਰੀ ਵਾਦ ਵਿਵਾਦ ਦੇ ਨਾਲ ਭਰੀ ਗਈ। ਹਾਂਜੀ, ਦੇਖਦੇ ਹਾਂ ਕਿ ਜਿਸ ਤਰ੍ਹਾਂ ਪੈਰਿਸ ਦੇ ਜਿਹੜਾ ਵਾਤਾਵਰਣ ਦੇ ਬਾਰੇ ਸਮਝੌਤਾ ਸੀ ਉਸ ਤੋਂ ਟਰੰਪ ਹੋਣੀ ਬਾਹਰ ਆਏ। ਬਿਲਕੁਲ, ਮੈਂ ਉਹੀ ਕਿਹਾ ਵਰਲਡ ਹੈਲਥ ਆਰਗੇਨਾਈਜੇਸ਼ਨ ਸੀਗੀ ਉਹਦੇ ਤੋਂ ਬਾਹਰ ਆਏ ਔਰ ਉਹਦੇ ਤੇ ਉਹਨਾਂ ਨੇ ਸਾਰੇ ਉਹਨਾਂ ਦੇ ਫੰਡਿੰਗ ਵੀ ਬੰਦ ਕਰ ਦਿੱਤੀ। ਇਹ ਸਾਰੀਆਂ ਜਿਹੜੀਆਂ ਗੱਲਾਂ ਉੱਥੇ ਕੀ ਚੋਣਾਂ 'ਚ ਮੁੱਦਾ ਬਣੀਆਂ? ਇਹ ਵੀ ਬਣਨੀਆਂ ਜੀ। ਇਸ ਤੋਂ ਇਲਾਵਾ ਇਸ ਤੋਂ ਹੋਰ ਵੀ ਹੈ। ਉਹ ਹੈਗੀ ਹੈ ਕਿ ਕਿਸ ਤਰ੍ਹਾਂ ਜਿਹੜਾ ਈਰਾਨ ਦੇ ਨਾਲ ਅਮਰੀਕਾ, ਰਸ਼ੀਆ ਔਰ ਯੂਰਪੀਅਨ ਦੇਸ਼ਾਂ ਨੇ ਸਾਰਿਆਂ ਨੇ ਮਿਲ ਕੇ ਈਰਾਨ ਦਾ ਜਿਹੜਾ ਐਟਮੀ ਪ੍ਰੋਗਰਾਮ ਹੈ ਉਹਦੇ ਉੱਤੇ ਕੰਪਰੋਮਾਈਜ਼ ਕੀਤਾ ਸੀ। ਅਮਰੀਕਾ ਨੇ ਇਕੱਲੇ ਤੌਰ ਦੇ ਉੱਤੇ ਉਸ ਕੰਪਰੋਮਾਈਜ਼ ਤੋਂ ਵਿਡਰਾ ਕਰਕੇ ਵਾਪਸ ਲੈ ਕੇ ਈਰਾਨ ਦੇ ਖਿਲਾਫ ਫਿਰ ਜਿਹੜੀਆਂ ਪਾਬੰਦੀਆਂ ਨੇ, ਸੈਂਕਸ਼ਨ ਜਿਹੜੀਆਂ ਲਾਈਆਂ ਉਹਦੇ ਖਿਲਾਫ ਲਾਈਆਂ, ਜਿਹਦੇ ਨਾਲ ਜਿਹੜੀ ਇੱਕ ਪੂਰਾ ਇੱਕ ਸੰਕਟ ਜਿਹੜਾ ਵਾ ਉਹ ਪੈਦਾ ਹੋਇਆ ਇਸ ਅਰਬ ਰੀਜਨ ਦੇ ਵਿੱਚ। ਨਾਲ ਦੀ ਨਾਲ ਹੋਰ ਬਹੁਤ ਸਾਰੇ ਇਸ਼ੂਜ਼ ਜਿਹੜੇ ਹੈ, ਜਿਵੇਂ ਪੈਲਸਟਾਈਨ ਦਾ ਇਸ਼ੂ ਹੈ। ਪੈਲਸਟਾਈਨ ਦੇ ਇਸ਼ੂ ਦੇ ਉੱਤੇ ਇਹਨੇ ਸਿਰਫ ਆਪਣੇ ਤੌਰ ਦੇ ਉੱਤੇ ਇੱਕ ਪ੍ਰਪੋਜ਼ਲ ਲਿਆ ਦਿੱਤੀ ਕਿ ਮੈਂ ਇਹ ਜਿਹੜਾ ਫਲਸਤੀਨੀ ਮਸਲਾ ਜਿਹੜਾ ਇੰਨੇ ਸਾਲਾਂ ਦਾ ਲਟਕੇ ਆ ਰਿਹਾ ਇਹ ਮੇਰਾ ਹੱਲ ਹੈ। ਮਤਲਬ ਕਿ ਮੈਂ ਨਾ ਤਾਂ ਫਲਸਤੀਨੀ ਲੋਕਾਂ ਨੂੰ ਜਿਹੜਾ ਕੰਸਲਟ ਕਰਨਾ ਹੈ, ਨਾ ਹੀ ਮੈਂ ਉਹਨਾਂ ਦੀ ਰਾਏ ਦੇਖਣੀ ਆ, ਬਲਕਿ ਮੈਂ ਕਹਤਾ ਇਹ ਜੇ ਫਾਰਮੂਲਾ ਜੇ ਮੰਨਣਾ ਤਾਂ ਮੰਨ ਲਓ। ਉਸ ਤੋਂ ਇਲਾਵਾ ਦਬਾਅ ਪਾ ਕੇ ਜਿਹੜੇ ਦੇਸ਼ ਸੀ, ਕਤਾਰ ਵਰਗੇ, ਬਹਿਰੀਨ ਵਰਗੇ ਜਿਹੜੇ ਦੇਸ਼ ਸੀ, ਈਵਨ ਕਿ ਸੁਡਾਨ ਵਰਗੇ ਦੇਸ਼ ਸੀ, ਉਹਨਾਂ ਦੇ ਉੱਤੇ ਵੀ ਪ੍ਰੈਸ਼ਰ ਪਾ ਕੇ ਕਿਹਾ ਕਿ ਨਾ ਇਜ਼ਰਾਈਲ ਦੇ ਨਾਲ ਜਿਹੜੇ ਆ ਉਹ ਡਿਪਲੋਮੈਟਿਕ ਸੰਬੰਧ ਜਿਹੜੇ ਉਹ ਤੁਸੀਂ ਬਣਾਓ। ਇਹ ਸਾਰੀਆਂ ਗੱਲਾਂ ਦੀ ਬੈਕਗਰਾਉਂਡ ਦੇ ਵਿੱਚ ਇਹ ਜਿਹੜੀ ਅੱਜ ਦੀ ਇਲੈਕਸ਼ਨ ਹੈ ਉਹ ਉੱਥੇ ਹੋ ਰਹੀ ਹੈ। ਔਰ ਇਹਦੇ ਵਿੱਚ ਵੈਸੇ ਬਾੜ ਜੀ ਕਿਹੜਾ ਮੁੱਖ ਮੁੱਦਾ ਉੱਥੇ ਕਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਹੈ? ਦੇਖੋ, ਮੁੱਖ ਮੁੱਦਾ ਜਿਹੜਾ ਵਾ ਉਹ ਚੱਲ ਰਿਹਾ ਕਿ ਟਰੰਪ ਦੀ ਫੰਕਸ਼ਨਿੰਗ, ਕਿਉਂਕਿ ਜੇ ਟਰੰਪ ਦੀ ਫੰਕਸ਼ਨਿੰਗ ਦੇ ਵਿੱਚ ਹੀ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਜੇ ਅਸੀਂ ਕਹਿੰਦੇ ਆ ਤਾਂ ਉਹਦੇ ਵਿੱਚ ਉਹਦੀਆਂ ਪਾਲਿਸੀਜ਼, ਉਹਦੀਆਂ ਨੀਤੀਆਂ ਨਸਲਵਾਦ ਦੇ ਬਾਰੇ ਦੇ ਵਿੱਚ, ਕਿਉਂਕਿ ਸ਼ੁਰੂ ਦੇ ਵਿੱਚ ਵੀ ਆਪਾਂ ਨੂੰ ਪਤਾ ਕਿ ਉਹਨੇ ਜਿਹੜਾ ਨਾਰਾ ਇਹ ਦਿੱਤਾ ਸੀ ਕਿ ਜਿਹੜੇ ਨਾਨ ਅਮਰੀਕਨਸ ਹੈ ਜੇ ਉਹਨਾਂ ਨੂੰ ਨਹੀਂ ਦਿਲ ਕਰਦਾ ਤੇ ਉਹ ਭੱਜੇ ਇਥੋਂ। ਫਸਟ ਪਾਲਿਸੀ ਜਿਹੜੀ ਉਹਦੀ ਹੈ। ਦੂਸਰਾ ਕਿ ਕਾਲੇ ਲੋਕਾਂ ਨੂੰ ਜਿਹੜਾ ਵਾ ਉਹ ਜੇ ਉਹਨਾਂ ਰਹਿਣਾ ਤੇ ਰਹਿਣ, ਨਹੀਂ ਤਾਂ ਜਿਹੜੇ ਬਾਹਰ ਚਲੇ ਜਾਣ। ਇਸੇ ਤਰ੍ਹਾਂ ਜਿਹੜੇ ਇਮੀਗ੍ਰੈਂਟਸ ਜਿਹੜੇ ਆ ਰਹੇ ਸੀ, ਇਸੇ ਤਰ੍ਹਾਂ ਨਾਲ ਜਿਹੜੀ ਉਹਨਾਂ ਦੀ HB1 ਵੀਜ਼ਾ ਜਿਹੜਾ ਸੀ, ਜਿਹਦੇ ਵਿੱਚੋਂ ਜਿਹੜੇ ਪੜ੍ਹੇ ਲਿਖੇ ਇਮੀਗ੍ਰੈਂਟ ਜਿਹੜੇ ਉੱਥੇ ਜਾਂਦੇ ਸੀ ਉਹਨਾਂ ਦੇ ਉੱਤੇ ਪਾਬੰਦੀਆਂ ਲਾਉਣੀਆਂ। ਇਹ ਸਾਰੀ ਫੰਕਸ਼ਨਿੰਗ ਜਿਹੜੀ ਉਹਦੀ ਹੈ, ਟਰੰਪ ਦੀ ਟੋਟਲ ਫੰਕਸ਼ਨਿੰਗ ਜਿਹੜੀ ਆ, ਕੁਐਸਚਨ ਮਾਰਕ ਲੱਗੇ, ਆਪ ਹੁਦਰਾਪਨ ਜਿਹੜਾ ਉਹਦਾ ਮਤਲਬ ਕੰਮ ਕਰਨ ਦਾ ਜਿਹੜਾ ਉਹਦਾ ਤਰੀਕਾ ਸੀ, ਇਹ ਸਾਰਾ ਕੁਝ ਹੀ ਜਿਹੜਾ ਵਾ ਉਹ ਉਹਦੇ ਵਿੱਚ ਆਣਾ ਹੈ ਕਿ ਕੀ ਅਮਰੀਕਨ ਲੋਕ ਜਿਹੜੇ ਆ ਆਉਣ ਵਾਲੇ 4 ਸਾਲ ਇਹ ਅਫੋਰਡ ਕਰਨਗੇ ਕਿ ਅਸੀਂ ਉਹੋ ਜਿਹਾ ਨੇਤਾ ਜਿਹੜਾ ਵਾ ਉਹਨੂੰ ਫਿਰ ਦੁਬਾਰਾ ਚੁਣੀਏ। ਕੀ ਜਿਹੜਾ ਉੱਥੇ ਇਹ ਫਿਰ ਆਏਗਾ ਕਿ ਅਮਰੀਕਾ ਫਸਟ ਦੇ ਨਾਂ ਦੇ ਉੱਤੇ ਕੀ ਉਹਨੂੰ ਵੋਟਾਂ ਜਿਹੜੀਆਂ ਪੈ ਜਾਣਗੀਆਂ? ਇਹ ਜ਼ਰੂਰ ਆਇਆ ਜੋ ਪਿਛਲੇ ਸਮੇਂ ਦੇ ਵਿੱਚ ਸਰਵੇ ਹੋਏ ਨੇ
ਉਹਨਾਂ ਦੇ ਵਿੱਚ ਇਹ ਜ਼ਰੂਰ ਆਇਆ ਕਿ ਪਹਿਲਾਂ ਜਿਹੜਾ ਬਾਈਡਨ ਜਿਹੜਾ ਕਾਫੀ ਪੁਆਇੰਟਸ ਦੇ ਨਾਲ ਲੀਡ ਕਰ ਰਿਹਾ ਸੀ, ਕੋਈ 10-11 ਪੁਆਇੰਟਸ ਦੇ ਨਾਲ ਲੀਡ ਕਰ ਰਿਹਾ ਸੀ, ਉਹਦੀ ਲੀਡ ਜਿਹੜੀ ਹੈ ਉਹ ਘਟੀ ਆ। ਦੂਸਰਾ ਜੰਡੂ ਸਾਹਿਬ ਮੈਂ ਹੁਣ ਵੀ ਜਿਹੜੀ ਲੇਟੈਸਟ ਆ ਰਹੀ ਹੈ, ਜਿਹੜੀ ਕੱਲ ਤੱਕ ਦੀਆਂ ਰਿਪੋਰਟਾਂ ਆ ਬਾੜ ਜੀ, ਉਹਦੇ 'ਚ ਵੀ ਉਹ ਕਹਿ ਰਹੇ ਕਿ 10 ਪੁਆਇੰਟ ਦਾ ਅੱਜ ਜਿਹੜਾ ਫਰਕ ਪਹਿਲਾਂ ਸੀਗਾ ਉਹ ਬਰਕਰਾਰ ਹੈ। ਮਤਲਬ ਉਹਦਾ ਜਿਹੜਾ ਆ ਰਿਹਾ ਕਿ ਉਹ ਕੈਚ ਅਪ ਕਰ ਰਿਹਾ, ਜਿਹੜੀ ਆ ਰਿਹਾ ਕਿ ਲੈ ਵੀ ਏਡੀ ਵੱਡੀ ਗਿਣਤੀ 'ਚ ਏਡੇ ਉਤਸ਼ਾਹ 'ਚ ਲੋਕ ਉੱਥੇ ਵੋਟਾਂ ਪਾ ਰਹੇ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਅੱਜ ਦੀ ਜਿਹੜੀ ਰੀਸੈਂਟ CNN ਦੀ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਹੈ ਕਿ ਜਿਹੜਾ ਟਰੰਪ ਹੈ ਉਹ ਉਹਨੂੰ ਮਤਲਬ ਜਿਹੜਾ ਘਟਾ ਰਿਹਾ ਲੀਡ ਨੂੰ। ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਲੀਡ ਘਟਾਉਣ ਦੇ ਲਈ ਵੀ ਬਾੜ ਜੀ ਜਿਹੜੇ ਉਹ ਢੰਗ ਤਰੀਕੇ ਵਰਤੇ ਜਾ ਰਹੇ, ਉਹਦੇ 'ਚ ਬੇਬੁਨਿਆਦ ਜਿਹੜੇ ਐਲੀਗੇਸ਼ਨ ਦੇ ਭ੍ਰਿਸ਼ਟਾਚਾਰ ਸਾਰਾ ਕੁਝ ਹੀ ਚੱਲ ਰਿਹਾ, ਉਹਦੇ 'ਚ ਦਬਾਅ ਵੀ ਪਾਈਆਂ ਜਾ ਰਿਹਾ, ਉਹਦੇ 'ਚ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਕਿ ਜੇ ਮੈਨੂੰ ਨਾ ਡਿਕਲੇਅਰ ਕੀਤਾ ਤੇ ਮੈਂ ਜਿਹੜਾ ਵਾ ਨਵੇਂ ਰਾਸ਼ਟਰਪਤੀ ਨੂੰ ਜਿਹੜਾ ਆਉਣ ਨਹੀਂ ਦਊਂਗਾ, ਮੈਂ ਆਪਣੇ ਤੌਰ ਤੇ ਜਿਹੜਾ ਮੈਂ ਵਿਕਟਰੀ ਜਿਹੜੀ ਆ ਉਹ ਡਿਕਲੇਅਰ ਕਰ ਦੇਣੀ ਹੈ। ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਜਿਹੜੀ ਸਮਝਣ ਵਾਲੀ ਹੈ, ਜਿਹੜੇ ਬਹੁਤ ਸਾਰੇ ਸਾਡੇ ਸਰੋਤਿਆਂ ਨੂੰ ਸ਼ਾਇਦ ਨਾ ਪਤਾ ਹੋਵੇ, ਆਮ ਕਰਕੇ ਵਾਈਡ ਸਪਰੈਡ ਜਿਹੜੀ ਇਹੀ ਸਮਝਿਆ ਜਾਂਦਾ ਕਿ ਲੋਕ ਸਿੱਧੀਆਂ ਜਿਹੜੀਆਂ ਵਾ ਉਹ ਵੋਟਾਂ ਪਾਉਂਦੇ ਨੇ ਵੀ ਇੰਨੀਆਂ ਵੋਟਾਂ ਜਿਹੜੀਆਂ ਟਰੰਪ ਨੂੰ ਪੈ ਗਈਆਂ, ਇੰਨੀਆਂ ਦੂਸਰੇ ਕੈਂਡੀਡੇਟ ਨੂੰ ਪੈ ਗਈਆਂ। ਇਹ ਗੱਲ ਜਿਹੜੀ ਹੈ ਉਹ ਸਾਫ਼ ਨਹੀਂ ਹੈ। ਉਹਦਾ ਜਿਹੜਾ ਪੂਰਾ ਸਿਸਟਮ ਹੈ ਇਲੈਕਸ਼ਨ ਦਾ, ਬੜਾ ਹੀ ਕੰਪਲੀਕੇਟਿਡ ਸਿਸਟਮ ਹੈ। ਉਹਦੇ ਵਿੱਚ ਇੱਕ ਇਲੈਕਟ੍ਰੋਨਿਕ ਕਾਲਜ ਜਿਹੜਾ ਵਾ, ਜਿਹੜਾ ਚੋਣ ਮੰਡਲ ਜਿਹਨੂੰ ਅਸੀਂ ਕਹਿ ਦਈਏ, ਉਹ ਹੁੰਦਾ, ਜਿਹਦੇ ਵਿੱਚੋਂ ਜੇ ਮੰਨ ਲਓ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਵਾ ਟਰੰਪ ਜਿੱਤ ਜਾਂਦਾ, ਵੱਧ ਵੋਟਾਂ ਲੈ ਜਾਂਦਾ, ਤਾਂ ਜਿੰਨੀਆਂ ਉੱਥੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਨੇ ਉਹ ਟਰੰਪ ਦੇ ਖਾਤੇ ਦੇ ਵਿੱਚ ਜਾਣੀਆਂ, ਬਾਕੀ ਵੋਟਾਂ ਜਿਹੜੀਆਂ ਵਾ ਬਿਲਕੁਲ ਬੇਕਾਰ ਹੋਣੀਆਂ। ਹਰ ਸਟੇਟ ਦਾ ਅਲੱਗ-ਅਲੱਗ ਜਿਹੜੇ ਇਲੈਕਟੋਰਲ ਕਾਲਜ ਜਿਹੜਾ ਉਹ ਚੁਣਿਆ ਜਾਣਾ। 538 ਵੋਟਸ ਨੇ, ਉਹਦੇ ਵਿੱਚੋਂ ਜਿਹੜਾ 270 ਜਿਹੜਾ ਲੈ ਜਾਂਦਾ, ਉਹ 270 ਵਾਲਾ ਜਿਹੜਾ ਹੈ ਉਹ ਜਿੱਤ ਜਾਂਦਾ। ਇਸ ਕਰਕੇ ਜਿਹੜਾ ਸਟੇਟਾਂ ਦੇ ਵਿੱਚ ਇਸ ਹਿਸਾਬ ਨਾਲ, ਜਿਵੇਂ ਇੰਡੀਆ ਦੇ ਵਿੱਚ ਚਲੋ ਅਸੀਂ ਰਾਸ਼ਟਰਪਤੀ ਚੁਣੀਏ ਕਿ ਸਾਰੀਆਂ ਟੋਟਲ ਵੋਟਾਂ ਪੈ ਗਈਆਂ, ਉਹਨਾਂ ਦੀ ਕਾਊਂਟਿੰਗ ਹੋ ਗਈ, ਠੀਕ ਹੈ ਜੀ, 10 ਲੱਖ ਇਹਨੂੰ ਪੈ ਗਈਆਂ, 11 ਲੱਖ ਇਹਨੂੰ ਪੈ ਗਈਆਂ ਤੇ ਜਿੱਤ ਗਿਆ। ਪਰ ਉੱਥੇ ਜਿਹੜਾ ਵਾ ਮਤਲਬ ਇਹ ਕੰਪਲੀਕੇਟਡ ਸਿਸਟਮ ਹੈ ਕਿ ਇੱਕ ਸੂਬੇ ਦੇ ਵਿੱਚ ਜੇ ਇੱਕ ਮੈਜੋਰਟੀ ਲੈ ਜਾਂਦਾ ਤਾਂ ਉਹ ਸਾਰੇ ਦਾ ਸਾਰਾ ਇਲੈਕਟੋਰਲ ਕਾਲਜ ਜਿਹੜਾ ਵਾ ਉਹਨੂੰ ਜਾਣਾ ਵਾ, ਦੂਜਿਆਂ ਨੂੰ ਜਿਹੜਾ ਵਾ ਉਹਦੀ ਕੋਈ ਵੋਟ ਸ਼ੇਅਰ ਜਿਹੜਾ ਨਹੀਂ ਮਿਲਣਾ। ਇਸ ਹਿਸਾਬ ਦੇ ਨਾਲ ਜਿਹੜਾ ਵਾ ਉੱਥੇ ਜਦੋਂ ਅਲਟੀਮੇਟ ਜਦੋਂ ਇਲੈਕਸ਼ਨ ਜਿਹੜੀ ਆ ਕਾਊਂਟ ਹੁੰਦੀ ਆ ਤਾਂ ਇਹ ਕਾਊਂਟ ਕਰਦਾ ਕਿ ਜਿਹੜੀਆਂ ਵੱਡੀਆਂ ਸਟੇਟਾਂ ਨੇ, ਵੱਡੀਆਂ ਸਟੇਟਾਂ ਦੇ ਇਲੈਕਟੋਰਲ ਕਾਲਜ ਜਿਹੜੇ ਆ ਉਹ ਕਿਵੇਂ ਪਰਫਾਰਮ ਕਰਦੇ ਆ, ਉਹਦੇ ਹਿਸਾਬ ਦੇ ਨਾਲ ਜਿਹੜਾ ਵਾ ਉਹ ਡਿਸਾਈਡ ਹੁੰਦਾ। ਇਸ ਕਰਕੇ ਕੰਪਲੀਕੇਟਡ ਇਸ਼ੂ ਹੈ। ਲੱਗੇ ਹੋਏ ਨੇ ਦੋਨੋਂ ਧਿਰਾਂ ਆਪਦਾ ਜ਼ੋਰ ਲਾ ਰਹੀਆਂ ਨੇ। ਇੱਕ ਲੜਾਈ ਹੈ ਇਸ ਵੇਲੇ ਕੰਜ਼ਰਵੇਟਿਵ ਦੇ ਵਿੱਚ ਤੇ ਡੈਮੋਕ੍ਰੇਟ ਦੇ ਵਿੱਚ। ਉਹਦੇ ਵਿੱਚੋਂ ਕੀ ਰਿਜ਼ਲਟ ਆਉਂਦਾ ਇਹ ਅਜੇ ਸਮੇਂ ਤੋਂ ਜਿਹੜਾ ਵੈਸੇ ਵੀ ਦੇਖੋ ਬਾੜ ਜੀ, ਅਸੀਂ ਦੇਖਦੇ ਹਾਂ ਕਿ ਰਿਪਬਲਿਕਨ ਤੇ ਡੈਮੋਕ੍ਰੇਟ ਚ ਪਹਿਲਾਂ ਵੀ ਹੁੰਦਾ ਰਿਹਾ ਕਿ ਜਦੋਂ ਹਿਲੇਰੀ ਕਲਿੰਟਨ ਸੀ ਪਿਛਲੀ ਵਾਰ ਤਾਂ ਉਹਨੇ ਪਪੂਲਰ ਵੋਟ ਤਾਂ ਬਹੁਤ ਜਿੱਤੀ, ਪਰ ਇਲੈਕਟੋਰਲ ਕਾਲਜ ਵਿੱਚ ਉਹ ਹਾਰ ਗਈ। ਔਰ ਇਹੀ ਕਾਰਨ ਹੋਇਆ ਜਦੋਂ ਅਲਗੋਰ ਸੀਗਾ ਡੈਮੋਕ੍ਰੇਟ ਦਾ ਕੈਂਡੀਡੇਟ ਔਰ ਉਦੋਂ ਬੁਸ਼ ਜਿੱਤ ਗਿਆ ਇਸੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਕਰਕੇ। ਮੈਂ ਜੰਡੂ ਸਾਹਿਬ ਇਸੇ ਕਰਕੇ ਜਿਹੜੇ ਇਹ ਪੁਆਇੰਟ ਤੇ ਆਉਣਾ ਚਾਹੁੰਦਾ ਸੀ ਕਿ ਬੜਾ ਕੰਪਲੀਕੇਟਡ ਬਾੜ ਜੀ, ਆਪਣਾ ਇੱਥੇ ਬ੍ਰੇਕ ਦਾ ਟਾਈਮ ਹੈ, ਅਸੀਂ ਮਿਲਦੇ ਹਾਂ ਥੋੜੀ ਜਿਹੀ ਬ੍ਰੇਕ ਤੋਂ ਬਾਅਦ। ਗੱਲ ਸਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ।